ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਣ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਧਨ ਪਾਦ ਪੰਕਜ ਬੰਧਨ ਸਿਮਰਾ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਘਨ ਨ ਕੇ ਨਾਸਕ ਬਿਘਨ ਨ ਕੇ ਨਾਸਕ ਗੁਰ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਣ ਸੋਏ। ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ।
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਦੋਹਰਾ। ਭਾਈ ਗੁੰਦਾ ਗੁਰ ਭਗਤ ਗੁਰ ਮੂਰਤ ਕੋ ਧਿਆਨ। ਦਰਸੇ ਦਰਸ਼ਨ ਹਿਰਦੈ ਮਹਿ ਸਦਾ ਨੇਮ ਹਿਮ ਜਾਨ। ਪਰਮ ਸਨਮਾਨਯੋਗ ਸਤਿਗੁਰੂ ਚਬਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਵੇਂ ਸਤਿਗੁਰੂ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਡਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ। ਭਾਈ ਗੁੰਦਾ ਗੁਰ ਭਗਤ ਗੁਰਮੂਰਤ ਕੋ ਧਿਆਨ। ਦਰਸੇ ਦਰਸ਼ਨ ਹਿਰਦੈ ਮਹਿ ਸਦਾ ਨੇਮ ਹਮ ਜਾਨ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਨੰਬਰ 5 ਸ਼ੁਰੂ ਕਰਦਿਆਂ ਹੋਏ ਲਿਖਦੇ ਨੇ ਕਿ ਜਿਵੇਂ ਕੱਲ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ, ਸਤਿਗੁਰੂ ਜੀ ਨੇ ਇੱਕ ਸੱਪ ਦਾ ਉਧਾਰ ਕੀਤਾ ਜਿਹਨੂੰ ਬਹੁਤ ਸਾਰੇ ਕੀੜੇ ਪਏ ਹੋਏ ਸਨ। ਕੀੜੀਆਂ ਸਰੀਰ ਨੂੰ ਖਾ ਰਹੀਆਂ ਸਨ, ਸਰੀਰ ਦੇ ਵਿੱਚ ਮੋਰੀਆਂ ਹੋਈਆਂ ਸਨ। ਤੜਫਦੇ ਹੋਏ ਸੱਪ ਨੂੰ ਮੁਕਤ ਕੀਤਾ। ਔਰ ਗੁਰੂ ਸਾਹਿਬ ਜੀ ਨੂੰ ਜਦੋਂ ਸਿੱਖਾਂ ਨੇ ਪੁੱਛਿਆ, ਸਤਿਗੁਰੂ ਜੀ ਇਹ ਕੌਣ ਸੀ? ਇਹ ਸੱਪ ਜਿਹੜਾ ਇਹਨੇ ਦੁੱਖ ਭੋਗ ਰਿਹਾ ਸੀ, ਇਹ ਕਿਹੜੇ ਕਰਮਾਂ ਕਰਕੇ ਦੁੱਖ ਭੋਗ ਰਿਹਾ ਸੀ? ਔਰ ਸਤਿਗੁਰੂ ਜੀ ਨੇ ਸਮਝਾਇਆ ਕਿ ਪਿਛਲੇ ਜਨਮ ਦੇ ਵਿੱਚ ਇੱਕ ਬ੍ਰਾਹਮਣ ਸੀ, ਪੜ੍ਹਿਆ ਲਿਖਿਆ ਪੰਡਤ ਸੀ, ਪਰ ਉਹ ਪੜ੍ਹਾਈ ਦਾ ਇਹਨੂੰ ਹੰਕਾਰ ਇੰਨਾ ਜ਼ਿਆਦਾ ਹੋ ਗਿਆ ਕਿ ਆਮ ਬੰਦੇ ਨੂੰ ਬੰਦਾ ਨਹੀਂ ਸੀ ਸਮਝਦਾ। ਆਪਣੇ ਚੇਲੇ ਬਣਾਉਣੇ ਸ਼ੁਰੂ ਕਰ ਦਿੱਤੇ, ਆਪਣੇ ਆਪ ਨੂੰ ਗੁਰੂ ਅਖਵਾਏ। ਨਾ ਇਹਦਾ ਆਪਣਾ ਭਲਾ ਹੋਇਆ, ਨਾ ਚੇਲਿਆਂ ਦਾ ਭਲਾ ਹੋਇਆ। ਔਰ ਸਤਿਗੁਰੂ ਜੀ ਨੇ ਉੱਥੇ ਸਮਝਾਇਆ, ਇਵੇਂ ਦਾ ਜਿਹੜਾ ਆਪਣੇ ਆਪ ਦੇ ਵਿੱਚ ਗੁਰੂ ਬਣ ਕੇ ਕੱਚਾ ਪੀਲਾ ਗੁਰੂ ਬਣੇ ਤੇ ਫਿਰ ਉਹਦੇ ਚੇਲੇ ਬਣਨ, ਉਹਨਾਂ ਦੀ ਹਾਲਤ ਇਸੇ ਤਰ੍ਹਾਂ ਦੀ ਹੁੰਦੀ ਹੈ। ਇਹ ਬਣਿਆ ਹੋਇਆ ਗੁਰੂ ਸੱਪ ਬਣ ਗਿਆ, ਔਰ ਚੇਲੇ ਜਿਹੜੇ ਸੀ ਉਹਨੂੰ ਕੀੜੇ ਬਣ ਕੇ ਚਮੜੇ ਕਿ ਸਾਡਾ ਭਲਾ ਨਹੀਂ ਹੋਇਆ। ਪਰ ਸਤਿਗੁਰੂ ਜੀ ਨੇ ਨਾਲੇ ਸਮਝਾਇਆ, ਨਾਲੇ ਉਸ ਸੱਪ ਦੀ ਮੁਕਤੀ ਕੀਤੀ, ਉਹਦਾ ਉਧਾਰ ਕੀਤਾ। ਅਗਲੇ ਅਧਿਆਇ 'ਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸੇ ਤਰ੍ਹਾਂ ਗੁਰੂ ਹਰਿਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਰਹਿ ਕੇ ਜਿੱਥੇ ਸਿੱਖਾਂ ਦੇ ਉੱਤੇ ਪਰਉਪਕਾਰ ਕਰਦੇ ਨੇ, ਉੱਥੇ ਬਹੁਤ ਸਾਰੇ ਜੰਗਲੀ ਜੀਵਾਂ ਦੇ ਉੱਤੇ ਪਰਉਪਕਾਰ ਕਰਦੇ ਨੇ ਕਿ ਜਿਹੜਾ ਕੋਈ ਬਿਮਾਰ ਹੈ, ਜਿਹਨੂੰ ਕੋਈ ਇਲਾਜ ਦੀ ਜ਼ਰੂਰਤ ਹੈ, ਇਵੇਂ ਦੇ ਪੰਛੀਆਂ ਨੂੰ, ਪਸ਼ੂਆਂ ਨੂੰ ਫੜ ਫੜ ਕੇ ਗੁਰੂ ਸਾਹਿਬ ਜੀ ਲਿਆਉਂਦੇ ਨੇ ਤੇ ਵੱਡਾ ਇੱਕ ਪਸ਼ੂਸ਼ਾਲਾ ਬਣਾਇਆ ਜਿਹਦੇ ਵਿੱਚ ਲਿਆ ਕੇ ਛੱਡਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੰਨ ਗੁਰੂ ਹਰਿਰਾਏ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਸਿੱਖ ਹੈ ਜਿਹਦਾ ਨਾਮ ਭਾਈ ਗੁੰਦਾ ਹੈ। ਭਾਈ ਗੁੰਦੇ ਨੇ ਬੜਾ ਅਭਿਆਸ ਕੀਤਾ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਸਤਵੇਂ ਪਾਤਸ਼ਾਹ ਜੀ ਦੇ, ਔਰ ਜਿਸ ਤਰ੍ਹਾਂ ਦੇ ਦਰਸ਼ਨ ਕਰਦਾ ਉਸੇ ਤਰ੍ਹਾਂ ਦੀ ਮੂਰਤੀ ਆਪਣੇ ਹਿਰਦੇ ਵਿੱਚ ਵਸਾ ਕੇ ਨਿਤ ਦਾ ਨੇਮ ਸੀ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹੀ ਕਰਨੇ ਨੇ, ਭਾਵੇਂ ਉਹ ਸਰੀਰ ਕਰਕੇ ਕਿਤੇ ਵੀ ਹੋਵੇ, ਪਰ ਆਪਣੇ ਹਿਰਦੇ ਦੇ ਅੰਦਰੋਂ ਗੁਰੂ ਸਾਹਿਬ ਦੇ ਦਰਸ਼ਨ ਜ਼ਰੂਰ ਕਰਦਾ ਸੀ।
ਚੌਪਈ ਸ੍ਰੀ ਸਤਿਗੁਰ ਪੂਰਨ ਹਰਿ ਰਾਏ, ਕਿਤਕ ਸਮੋ ਟਿਕ ਸੇਵ ਕਮਾਏ। ਭਾਈ ਗੋਂਦਾ ਪੂਰਨ ਸਤਿਗੁਰੂ ਧੰਨ ਗੁਰੂ ਹਰਿ ਰਾਏ ਸਾਹਿਬ ਦੇ ਚਰਨਾਂ ਵਿੱਚ ਰਹਿ ਕੇ ਕੁਝ ਸਮਾਂ ਸੇਵਾ ਕਰਦਾ ਹੁੰਦਾ ਸੀ। ਭਏ ਪ੍ਰਸੰਨ ਏਕ ਦਿਨ ਹੇਰਾ, ਕਹਿਓ ਬਾਗ ਸਿਰ ਮੁਕਤ ਸਬੇਰਾ। ਔਰ ਦੇਖੋ, ਜਿਹੜਾ ਭਾਵਨਾ ਕਰਕੇ ਸੇਵਾ ਕਰੇ, ਗੁਰੂ ਸਾਹਿਬ ਜੀ ਅੱਜ ਵੀ ਪ੍ਰਸੰਨ ਹੁੰਦੇ ਨੇ। ਵਿਖਾਵਾ ਨਾ ਹੋਵੇ, ਉਹਦੇ 'ਚ ਭਾਵਨਾ ਹੋਵੇ, ਪਿਆਰ ਹੋਵੇ, ਤੇ ਗੁਰੂ ਸਾਹਿਬ ਜੀ ਜ਼ਰੂਰ ਪ੍ਰਸੰਨ ਹੁੰਦੇ ਨੇ। ਸਤਿਗੁਰੂ ਜੀ ਭਾਈ ਗੋਂਦੇ ਦੀ ਸੇਵਾ ਤੋਂ ਬੜੇ ਪ੍ਰਸੰਨ ਹੋਏ ਤੇ ਇੱਕ ਦਿਨ ਖੁਸ਼ ਹੋ ਕੇ ਇਸ ਤਰ੍ਹਾਂ ਬਚਨ ਕਹੇ, ਕਾਬਲ ਕੇਰ ਵਿਲਾਇਤ ਜੋਏ, ਤਹਿ ਕੇ ਸੰਗਤ ਸਿੱਖ ਸਭ ਕੋਏ। ਸਤਿਗੁਰੂ ਕਹਿੰਦੇ ਨੇ ਕਿ ਭਾਈ ਗੋਂਦਾ ਜੀ, ਤੁਹਾਡੀ ਸੇਵਾ ਜਿਹੜੀ ਹੈ ਉਹ ਪ੍ਰਵਾਨ ਹੋ ਗਈ ਹੈ। ਤੁਹਾਡੇ ਕੋਲ ਸਿਮਰਨ ਹੈ, ਤੁਹਾਡੇ ਕੋਲ ਸ਼ਬਦ ਦੇ ਵਿਚਾਰ ਹੈ, ਗੁਰੂ ਦਾ ਬਖਸ਼ਿਆ ਹੋਇਆ ਗਿਆਨ ਹੈ, ਤੇ ਤੁਸੀਂ ਵਿਲਾਇਤ ਚਲੇ ਜਾਓ, ਕਾਬਲ ਦੇਸ਼ ਵਿੱਚ ਜਾਓ, ਉੱਥੇ ਗੁਰੂ ਕੀ ਬਹੁਤ ਸੰਗਤ ਹੈ। ਤਹਾਂ ਰਹੋ ਸਭ ਕੇ ਸੁਧ ਲੇਹੋ, ਸਿੱਖੀ ਕੋ ਉਪਦੇਸ਼ ਕਰੇ ਹੋ। ਉੱਥੇ ਜਾ ਕੇ ਸਾਰੀਆਂ ਸਿੱਖ ਸੰਗਤਾਂ ਦੀ ਤੁਸੀਂ ਖਬਰਸਾਰ ਲਵੋ, ਤੇ ਸਾਰਿਆਂ ਨੂੰ ਜਾ ਕੇ ਸਿੱਖੀ ਦਾ ਉਪਦੇਸ਼ ਵੀ ਦਿਓ। ਗੁਰੂ ਦੇ ਸ਼ਬਦ ਦਾ ਜੋ ਸੰਦੇਸ਼ ਹੈ ਉਹ ਸਿੱਖਾਂ ਤੱਕ ਪਹੁੰਚਾਓ। ਤਹਿ ਕੇ ਜੋ ਗੁਰ ਕਾਰ ਅਸ਼ੇਸ਼, ਕਰੋ ਸਕੇਲਣ ਸਗਰੇ ਦੇਸ਼। ਤੇ ਫਿਰ ਕਾਬਲ ਸਾਰੇ ਦੇਸ਼ ਦੇ ਵਿੱਚੋਂ ਜਿਹੜੇ ਗੁਰੂ ਦੀ ਕਾਰ ਸੇਵਾ ਹੈ, ਦਸਵੰਧ ਦੀ ਮਾਇਆ ਹੈ, ਸਿੱਖਾਂ ਨੇ ਇਕੱਠੀ ਕਰ ਕਰਕੇ ਰੱਖੀ ਹੋਈ, ਉਹ ਸਾਰੇ ਦੇਸ਼ ਵਿੱਚ ਇਕੱਠੀ ਕਰੋ ਇੱਕ ਥਾਂ ਤੇ। ਸੰਤ ਅਸਥਿਤ ਸਿੱਖਣ ਅਚਵਾਵੋ, ਗੁਰ ਕੀ ਦੇਖ ਵਿਸਾਲ ਚਲਾਵੋ। ਤੇ ਕਾਰ ਭੇਟਾ ਇਕੱਠੀ ਕਰਕੇ ਕਰਨਾ ਕੀ ਹੈ? ਸਤਿਗੁਰੂ ਕਹਿੰਦੇ ਨੇ ਸਭ ਤੋਂ ਪਹਿਲਾ ਕੰਮ ਹੈ ਕਿ ਉਹਦੇ ਨਾਲ ਤੁਸੀਂ ਲੰਗਰ ਲਾਉਣਾ ਹੈ, ਗੁਰਸਿੱਖਾਂ ਨੂੰ, ਲੋੜਵੰਦਾਂ ਨੂੰ ਲੰਗਰ ਛਕਾਉਣਾ ਹੈ। ਸੋ ਗੁਜ਼ਰੇ ਸਗਰੇ ਪਰ ਜਾਏ, ਅਪਰ ਦੇਗ ਜੇਤਕ ਸਮਝਾਏ। ਸਤਿਗੁਰੂ ਕਹਿੰਦੇ ਨੇ ਸਾਰੀ ਦੇਗ ਜਿਹੜੀ ਵਰਤਾਉਣੀ ਹੈ, ਉਹਦਾ ਹਿਸਾਬ ਤਾਂ ਸਮੇਂ ਸਿਰ ਜਿਹੜੀ ਕਾਰ ਪੇਟਾ ਇਕੱਠੀ ਕੀਤੀ ਹੋਏਗੀ ਉਹਦੇ ਵਿੱਚ ਹੀ ਹੋਣਾ ਹੈ। ਇਕੱਠੇ ਕਰਕੇ ਸਭ ਤੋਂ ਪਹਿਲਾ ਕੰਮ ਹੈ ਕਿ ਉੱਥੇ ਲੰਗਰ ਚਲਾਉਣਾ ਹੈ। ਸਗਲ ਹਜ਼ੂਰ ਪਠਾਵਣ ਕਰੋ, ਸਿੱਖ ਸੰਗਤ ਤੇ ਜੇਤਕ ਧਰੋ। ਜਿੰਨੇ ਲੰਗਰ ਵਿੱਚ ਲੱਗ ਜਾਏ ਮਾਇਆ ਉਨੇ ਲਾਓ। ਲੰਗਰ ਜਿਹੜਾ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ 24 ਘੰਟੇ ਚੱਲੇ, ਹਰ ਇੱਕ ਸਿੱਖ ਨੂੰ, ਹਰ ਇੱਕ ਲੋੜਵੰਦ ਨੂੰ ਮਿਲੇ, ਤੇ ਉਹਦੇ ਵਿੱਚੋਂ ਵੀ ਜਿਹੜੀ ਮਾਇਆ ਕੋਈ ਬਚ ਜੇ, ਉਹ ਬਚੀ ਹੋਈ ਕਿਸੇ ਸਿੱਖ ਦੇ ਹੱਥ ਸਾਡੇ ਕੋਲ ਭੇਜ ਦਿਆ ਕਰੋ। ਸੁਣ ਆਗਿਆ ਕੋ ਹੋਏ ਕਰ ਬਿਦਾ, ਬੰਧਨ ਕਰ ਗਮਨਿਓ ਸੋ ਤਦਾ। ਗੁਰੂ ਸਾਹਿਬ ਦੀ ਆਗਿਆ ਲੈ ਕੇ ਭਾਈ ਗੋਂਦਾ ਕਾਬਲ ਵੱਲ ਨੂੰ ਚੱਲ ਪਿਆ। ਜਾਏ ਵਿਲਾਇਤ ਮੈਂ ਤਬ ਰਹਿਓ, ਸਭ ਸੰਗਤ ਧਨ ਕੋ ਲਹੋ। ਭਾਈ ਗੋਂਦਾ ਜੀ ਕਾਬਲ ਪਹੁੰਚ ਗਏ ਤੇ ਉੱਥੇ ਜਾ ਕੇ ਭਾਈ ਗੋਂਦਾ ਜੀ ਫਿਰ ਉੱਥੇ ਰਹਿਣ ਲੱਗ ਪਏ। ਕਾਬਲ ਦੀਆਂ ਸੰਗਤਾਂ ਨੇ ਭਾਈ ਗੋਂਦੇ ਦਾ ਬੜਾ ਸਤਿਕਾਰ ਕੀਤਾ, ਕਿਉਂਕਿ ਗੁਰੂ ਸਾਹਿਬ ਦਾ ਥਾਪਿਆ ਹੋਇਆ ਹੈ। ਔਰ ਦੇਖੋ, ਜੇ ਪ੍ਰਚਾਰਕ ਹੋਵੇ ਤੇ ਫਿਰ ਭਾਈ ਗੋਂਦੇ ਵਰਗਾ ਹੀ ਹੋਵੇ, ਕਿਉਂਕਿ ਸਿਰਫ ਜਾ ਕੇ ਸਿੱਖਾਂ ਨੂੰ ਉਹ ਕਹਿੰਦਾ ਨਹੀਂ ਨਾ, ਪਹਿਲੋਂ ਉਹਨੇ ਕਮਾਈ ਕੀਤੀ ਹੈ, ਤੇ ਜੋ ਕਮਾਈ ਕੀਤੀ ਹੈ ਉਹ ਸੰਦੇਸ਼, ਉਹ ਉਪਦੇਸ਼ ਸਿੱਖਾਂ ਤੱਕ ਪਹੁੰਚਾਉਂਦਾ ਹੈ। ਔਰ ਸਿੱਖਾਂ ਨੇ ਇੰਨਾ ਸਤਿਕਾਰ ਕੀਤਾ ਕਿ ਗੁਰੂ ਦਾ ਸਿੱਖ ਨਹੀਂ, ਜਿਵੇਂ ਗੁਰੂ ਸਾਹਿਬ ਜੀ ਆਪ ਹੀ ਆ ਗਏ ਹੋਣ। ਸਿੱਖ ਅਥ ਤਨ ਜਿਤਕ ਅਚਾਵੇਂ, ਸੋ ਸਗਰੇ ਗੁਰ ਮੁਜਰੇ ਪਾਵੇਂ। ਜਿੰਨੇ ਵੀ ਰਕਮ ਲਾ ਕੇ ਉਹ ਸਿੱਖਾਂ ਨੂੰ, ਰਾਹਗੀਰਾਂ ਨੂੰ, ਆਉਂਦਿਆਂ ਜਾਂਦਿਆਂ ਨੂੰ ਲੰਗਰ ਛਕਾਉਂਦਾ ਸੀ। ਉਹ ਲੰਗਰ ਛਕਿਆ ਹੋਇਆ ਗੁਰੂ ਸਾਹਿਬ ਦੇ ਮੂੰਹ 'ਚ ਪੈਂਦਾ ਹੈ। ਗੁਰੂ ਸਾਹਿਬ ਜੀ ਨੇ ਬਚਨ ਕਰਕੇ ਭੇਜੇ ਸੀ ਕਿ ਤੂੰ ਛਕਾਏਂਗਾ, ਜਿਹੜਾ ਛਕੇਗਾ ਸਮਝ ਲਈ ਕਿ ਗੁਰੂ ਸਾਹਿਬ ਜੀ ਹੀ ਛਕਦੇ ਨੇ। ਧਰਮਸਾਲ ਕਾਬਲ ਮਹਿਕੇ ਨਸ, ਤਹਿ ਕੋ ਸ਼ੁੱਧਤ ਰਹਿ ਨ ਦਿਨਸ। ਸਮਾਂ ਪਾ ਕੇ ਗੁਰੂ ਕੇ ਸਿੱਖਾਂ ਨੇ ਇੰਨਾ ਮਾਣ ਸਨਮਾਨ ਕੀਤਾ ਭਾਈ ਗੋਂਦੇ ਦਾ ਕਿ ਗੁਰੂ ਦੇ ਕਾਰ ਭੇਟਾ ਜਿਹੜੇ ਸੀ ਪੂਰਾ ਵਿਸ਼ਵਾਸ ਕਰਕੇ, ਭਰੋਸਾ ਕਰਕੇ ਦੇਣ ਲੱਗੇ।
ਲੰਗਰ ਖੂਬ ਚੱਲਿਆ, ਪਰ ਬਚੀ ਹੋਈ ਮਾਇਆ ਦੇ ਨਾਲ ਭਾਈ ਗੁੰਦੇ ਨੇ ਉੱਥੇ ਧਰਮਸ਼ਾਲਾ ਵੀ ਬਣਵਾਈ। ਧਰਮਸ਼ਾਲਾ ਦੇ ਵਿੱਚ ਫਿਰ ਲੰਗਰ 24 ਘੰਟੇ ਚਲਾਇਆ ਕਿ ਉੱਥੇ ਕਾਬਲ ਦੇ ਵਿੱਚ ਕੋਈ ਵੀ ਜਿਹੜਾ ਭਾਈ ਗੁੰਦੇ ਨੇ ਭੁੱਖਾ ਨਹੀਂ ਰਹਿਣ ਦਿੱਤਾ, ਲੋੜਵੰਦ ਨਹੀਂ ਰਹਿਣ ਦਿੱਤਾ। ਸਤਿਗੁਰ ਪ੍ਰੇਮ ਕਰੇ ਨਿਤ ਮਾਤਾ, ਸਤਨਾਮ ਸਿਮਰਤ ਸੁਖ ਦਾਤਾ। ਤੇ ਸਤਿਗੁਰੂ ਜੀ ਦੇ ਨਾਲ ਤੇ ਪ੍ਰੇਮ ਭਾਈ ਗੁੰਦਾ ਜੀ ਕਰਦੇ ਹੀ ਨੇ। ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਵਿੱਚ ਮਸਤ ਰਹਿੰਦੇ ਨੇ। ਸਿਮਰਨ ਦੇ ਵਿੱਚ ਮਾਤਾ ਦਾ ਅਰਥ ਹੁੰਦਾ ਮਸਤ ਰਹਿਣਾ, ਸਿਮਰਨ ਵਿੱਚ ਮਸਤ ਹੋ ਜਾਂਦੇ ਨੇ। ਧਿਆਨ ਪਰਾਇਣ ਰਹਿ ਅਧਿਕਾਈ, ਬਹੁ ਚਿਰ ਰਾਖੇ ਬ੍ਰਿਤ ਟਿਕਾਈ। ਜਦੋਂ ਭਾਈ ਗੁੰਦਾ ਜੀ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਜਪਜੀ ਸਾਹਿਬ ਦਾ ਜਾਪ ਕਰਦੇ ਨੇ, ਪਾਠ ਕਰਦੇ ਹੋਇਆਂ ਬਿਰਤੀ ਇੰਨੀ ਟਿਕਾ ਕੇ ਰੱਖਦੇ ਨੇ, ਕਈ ਵਾਰੀ ਕਿੰਨਾ ਕਿੰਨਾ ਸਮਾਂ ਟਿਕਾਈ ਰੱਖਦੇ ਨੇ। ਤੇ ਜਦੋਂ ਬਿਰਤੀ ਟਿਕੀ ਹੁੰਦੀ ਫਿਰ ਸਰੀਰ ਦੀ ਵੀ ਸੁੱਧ ਨਹੀਂ ਹੁੰਦੀ ਕਿ ਮੈਂ ਬੈਠਾ ਹੋਇਆ, ਸਰੀਰ ਦੇ ਵਿੱਚ ਹੈ ਵੀ ਕਿ ਨਹੀਂ। ਇੰਨੀ ਜ਼ਿਆਦਾ ਪਿਆਰ ਦੇ ਨਾਲ ਬਿਰਤੀ ਟਿਕਦੀ ਹੈ। ਪ੍ਰੇਮ ਭਗਤ ਤਿਸ ਕੇ ਬੜ ਜਾਣੀ, ਸਿਰ ਸਤਿਗੁਰ ਕੇ ਮਨ ਮਹਿ ਭਾਣੀ। ਔਰ ਜਿਹੜਾ ਇਸ ਤਰ੍ਹਾਂ ਪ੍ਰੇਮਾ ਭਗਤੀ ਕਰਦਾ, ਪ੍ਰੇਮ ਦੇ ਨਾਲ ਭਗਤੀ ਕਰਨ ਵਾਲਿਆਂ ਦੀ ਭਗਤੀ ਨੂੰ ਗੁਰੂ ਸਾਹਿਬ ਜੀ ਵੀ ਜਾਣਦੇ ਨੇ। ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਵੀ ਜਾਣਿਆ ਕਿ ਭਾਈ ਗੁੰਦੇ ਦੇ ਅੰਦਰ ਬਹੁਤੀ ਪ੍ਰੀਤ ਹੈ। ਸਭਾ ਮਹਿ ਸ੍ਰੀ ਬਤਨ ਬਖਾਣੀ, ਗੋਂਦਾ ਸੇਵਤ ਪ੍ਰੀਤ ਮਹਾਣੀ। ਇੱਕ ਦਿਨ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਸਭਾ ਲੱਗੀ ਆਸਾ ਕੀ ਵਾਰ ਤੋਂ ਬਾਅਦ ਭਰੀ ਸੰਗਤ ਦੇ ਵਿੱਚ ਬਚਨ ਕਹੇ। ਕਹਿੰਦੇ ਭਾਈ ਸਿੱਖੋ, ਪਿਆਰ ਤੁਸੀਂ ਸਾਰੇ ਕਰਦੇ ਹੋ, ਪਰ ਭਾਈ ਗੁੰਦੇ ਦਾ ਪਿਆਰ ਤੇ ਉਹਦੀ ਪ੍ਰੀਤ ਜਿਹੜੀ ਹੈ ਉਹ ਦੁਨੀਆ ਨਾਲੋਂ ਵੱਖਰੀ ਹੈ। ਉਹ ਬਹੁਤੀ ਪ੍ਰੀਤ ਕਰਦਾ ਹੈ। ਦਿਨ ਪ੍ਰਤ ਧਰੇ ਧਿਆਨ ਗੁਰਮੂਰਤ, ਅੰਗ ਪ੍ਰਿਯੰਤ ਜਥਾ ਸੁਭ ਸੂਰਤ। ਕਿਉਂਕਿ ਭਾਈ ਗੁੰਦੇ ਦਾ ਇੱਥੇ ਵੀ ਕੀਰਤਪੁਰ ਸਾਹਿਬ ਰਹਿੰਦਿਆਂ ਵੀ ਨੇਮ ਸੀ ਕਿ ਗੁਰੂ ਹਰਿਰਾਏ ਸਾਹਿਬ ਦੇ ਦਰਸ਼ਨ ਰੋਜ਼ ਕਰਨੇ ਨੇ। ਤੇ ਭਾਵੇਂ ਉਹ ਕਾਬਲ ਦੇ ਵਿੱਚ ਰਹਿੰਦਾ, ਨੇਮ ਉੱਥੇ ਵੀ ਨਹੀਂ ਟੁੱਟਣ ਦਿੱਤਾ। ਗੁਰੂ ਸਾਹਿਬ ਦੇ ਦਰਸ਼ਨ ਉਹ ਉੱਥੇ ਵੀ ਸੁਰਤ ਕਰਕੇ ਰੋਜ਼ ਕਰਦਾ ਹੈ। ਤੇ ਜਦੋਂ ਸੁਰਤ ਜੁੜਦੀ ਹੈ ਉਦੋਂ ਸਰੀਰ ਜਿਹੜਾ ਇੱਕ ਥਾਂ 'ਤੇ ਟਿਕ ਜਾਂਦਾ ਹੈ। ਧਿਆਨ ਇੰਨਾ ਜੁੜਦਾ ਕਿ ਗੁਰੂ ਸਾਹਿਬ ਦੇ ਦਰਸ਼ਨ ਉਹ ਕਿੰਨਾ ਕਿੰਨਾ ਸਮਾਂ ਆਪਣੇ ਅੰਦਰੋਂ ਕਰਦੇ ਰਹਿੰਦਾ ਹੈ। ਨੇਮ ਕਰਦ ਸੋ ਜਿਤਕ ਸਮੇਂ ਕੋ, ਧਰੇ ਧਿਆਨ ਗੁਰ ਚਰਨਣ ਮੈਂ ਕੋ। ਕਿ ਉਹਦਾ ਜਿਹੜਾ ਨੇਮ ਸੀ ਕਿ ਇੰਨਾ ਸਮਾਂ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਧਿਆਨ ਟਿਕਾਉਣਾ ਹੈ। ਤੇ ਜਿੰਨੀ ਦੇਰ ਤੱਕ ਧਿਆਨ ਟਿਕਾ ਕੇ ਰੱਖਦਾ ਸੀ ਉਹਨੂੰ ਇਸੇ ਤਰ੍ਹਾਂ ਲੱਗਦਾ ਸੀ ਕਿ ਮੈਂ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਬੈਠਾ ਹੋਇਆ। ਇਸ ਤਰ੍ਹਾਂ ਲੱਗਦਾ ਸੀ ਕਿ ਮੈਂ ਧੰਨ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਦੇ ਵਿੱਚ ਬੈਠ ਕੇ ਹੀ ਨਿਤਨੇਮ ਕਰ ਰਿਹਾ। ਇੱਕ ਦਿਨ ਗੁੰਦੇ ਮੱਜਣ ਠਾਨਾ, ਪ੍ਰਥਮੈ ਸ੍ਰੀ ਜਪ ਪਾਠ ਬਖਾਨਾ। ਇਸੇ ਤਰ੍ਹਾਂ ਨਿਤ ਦਾ ਜਿਹੜਾ ਨੇਮ ਸੀ ਉਹ ਕਰਦੇ ਹੋਇਆ ਭਾਈ ਗੁੰਦਾ ਇੱਕ ਦਿਨ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਉੱਠਿਆ, ਅੰਮ੍ਰਿਤ ਵੇਲੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਜਦੋਂ ਚੌਂਕੜਾ ਮਾਰਿਆ, ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ। ਪੁਣ ਸਤਿਗੁਰੂ ਕੋ ਲਾਇਓ ਧਿਆਨਾ, ਬੜਿਓ ਆਨੰਦ ਬ੍ਰਿਤੀ ਠਹਿਰਾਨਾ। ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਭਾਈ ਗੁੰਦੇ ਨੇ ਆਪਣੀ ਸੁਰਤ ਨੂੰ ਗੁਰੂ ਸਾਹਿਬ ਦੇ ਚਰਨਾਂ 'ਚ ਜੋੜਿਆ। ਧਿਆਨ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਟਿਕਾ ਲਿਆ। ਔਰ ਜਾਪ ਕਰਦਿਆਂ ਕਰਦਿਆਂ ਇੰਨਾ ਆਨੰਦ ਆਇਆ, ਇੰਨਾ ਆਨੰਦ ਆਇਆ ਕਿ ਭਾਈ ਜਿਹੜੇ ਗੁੰਦਾ ਨੇ ਉਹ ਜਪਜੀ ਸਾਹਿਬ ਦਾ ਪਾਠ ਕਰਦੇ ਗਏ। ਇੱਕ ਪਾਠ ਖਤਮ ਹੁੰਦਾ ਫਿਰ ਸ਼ੁਰੂ ਹੋ ਜਾਂਦਾ ਹੈ। ਆਨੰਦ ਦੇ ਵਿੱਚ ਜੁੜ ਗਏ। ਧਿਆਨ ਵੇਖਿਆ ਗੁਰ ਕੇ ਨਿਜ ਹਾਥ, ਪਦ ਅਰਬਿੰਦ ਕਹੇ ਰਤ ਸਾਥ। ਔਰ ਧਿਆਨ ਦੇ ਵਿੱਚ ਇੰਨਾ ਭਾਈ ਗੁੰਦਾ ਮਸਤ ਹੋਇਆ ਹੈ, ਪ੍ਰੇਮ ਦੇ ਨਾਲ ਆਪਣੇ ਹੱਥਾਂ ਦੇ ਨਾਲ ਗੁਰੂ ਦੇ ਚਰਨਾਂ ਕਮਲਾਂ ਨੂੰ ਜਿਵੇਂ ਫੜ ਕੇ ਉਹ ਸਪਰਸ਼ ਕਰਦਾ ਹੈ। ਭਾਈ ਗੁੰਦੇ ਨੂੰ ਇਹ ਸਮਝ ਨਹੀਂ ਉਸ ਵੇਲੇ ਲੱਗਦੇ ਕਿ ਭਾਈ ਗੁਰੂ ਸਾਹਿਬ ਜੀ ਕੀਰਤਪੁਰ ਸਾਹਿਬ ਨੇ, ਮੈਂ ਕਿਤੇ ਹੋਰ ਹਾਂ। ਆਪਣੇ ਅੰਦਰੋਂ ਹੀ ਧਿਆਨ ਦੇ ਨਾਲ ਸੁਰਤ ਦੇ ਨਾਲ ਗੁਰੂ ਸਾਹਿਬ ਦੇ ਚਰਨ ਫੜਦਾ ਹੈ। ਤੇ ਚਰਨ ਜਿਹੜੇ ਨੇ ਉਹ ਇੰਨੇ ਪਿਆਰ ਦੇ ਨਾਲ ਫੜੇ ਕਿ ਛੱਡਣ ਨੂੰ ਜੀ ਨਹੀਂ ਕੀਤਾ।
इस आनंद में ले होए गयो गयो, निर्विकल्प समाध थित ठयो। कहते इस आनंद दे विच गुरु साहब दे चरण फड़े ते समाधि दे विच इन्ने टिके कि जिथे निर्विचार हो गए, जिथे निर्विकल्प हो गए, जिसे किसी तरह का कोई फुरना नहीं उठता, जिन्होंने सुन समात अवस्था कहते हैं, उस अवस्था में लीन हो गए। गुरु साहब के चरण ध्यान ते सुरत के हत्थां नाल फड़े हुए ने। नह शरीर के सुध कुछ रहे, निश्चलता ऐसे तिन गही, कि ध्यान इन्ना जुड़िया भाई गुंदे नूं अपने शरीर दे भी सुध बुद्ध नहीं रही। चौंकड़ा वज्या ते वज्या रहा, हथ जुड़े ने, जुड़े हुए ने, ना कोई सिर हिलदा है, ना चरण हिलदे ने, ना हथ हिलदे ने। सुने ना देखे परस न जानै, रसना घराण विख्या नह मानै। भाई गोंदा जी इन्ने आनंद विच आए कि सुने ना देखे, ना किसी पासे नूं वेखदे ने। आके सिख आवाज़ां मारदे ने, किसी की आवाज़ तक नहीं सुनते। इत्थों तक जे कोई आके हिलाउंदा है ना, ते हथ लगे हुए जिहड़ा शरीर नूं स्पर्श हुंदा, उस स्पर्श का भी नहीं पता लगता किसी ने हथ लाया है। जिहड़ी रसना है, रस लैण नूं बिल्कुल, चाहे किसी ने भाई गोंदे के मूँह दे विच आके कोई मिठा लाया, किसी ने कोई नमक वाला पदार्थ लाया कि भाई गोंदे नूं किसी तरह होश आ जाए। कईयां नूं लगदा सी कि समाधि इन्नी लगी जिन्हों बेहोशी की हालत कहा गया कि बेहोशी होए पे, इन्होंने सुरती कोई नहीं। पर भाई गोंदा जी अंदरों सुत करके आनंद विच इन्ने जुड़े हुए। टिकी बृत मह भयो आनंद, कर मह गह गुर पद अरबिंद। और ये जदों सुरत जुड़ी भाई गोंदे दी, भाई गोंदे ने उदों गुरु साहब दे, गुरु हरराय साहब दे चरण जिहड़े ने वो अपने हत्थां नाल फड़े हुए सन। वेखण वाले नूं लगदा कि हथ जुड़े हुए ने, पर भाई गोंदे दी सुरत उथों उदों इत्थे टिकी सी कि मैं गुरु साहब दे चरण हत्थां दे नाल फड़े हुए ने, कुट के फड़े हुए ने। अचल होए कर बैठे हो रहो, अपर न किन्हू तिन कुछ रहे कहियो। भाई गोंदा जी अखा बंद करके पहलों भी बैठते सन। भाई गोंदा जी अज भी बैठे ने, समा भावें बहुत हो गया पर किसी ने कुछ नहीं किया। कि भाई गोंदा जी की मौज हुंदी है, कई बार ज़्यादा समा भी बैठ जाते हैं। गुरदर्शन मैं गयो समाए, सागर विख्या बूंद के पाए। पर भाई गोंदा जी अज सुरत करके गुरु साहब के दर्शनों के विच ही समा गया। जिवें सागर दे विच पानी की बूंद मिल जाती है ना, तो सागर का रूप हो जाती। अज भाई गोंदा जी सुरत करके गुरु के विच मिल के गुरु के रूप होए बैठे ने। श्री कीरतपुर गुर हर राय, सिंघासन पर थिरे सुहाए। उधरों धन गुरु हर राय साहब जी कीरतपुर साहब जिहड़े दीवान सज्जिया जदों आसा की वार तो बाद, सतगुरु जी सिंघासनां दे उत्ते विराजमान ने। भाई गोंदे ने सुरत करके गुरु साहब के चरण फड़े हुए ने। दोनों चरण इकत्र तय करे, बैठ नह हिलबो धरे। ते भाई गोंदे ने चरण जिहड़े दोवें इकट्ठे करके फड़े हुए सन, दोवां हत्थां नाल फड़े ध्यान करके ने, सुरत करके ने। पर इधरों गुरु साहब जी भी इन्ने प्रेत विच टिके कि जिवें भाई गोंदे ने ये चरण इत्थे मेरे सामने आके फड़े हों। गुरु साहब ने अपने चरण नहीं हिलाए। भई भोर ते निश्चल पहे, जब दोए जाम बेत दिन गए। दिन चढ़े वेले तो गुरु साहब जी सिंघासन ते बैठे ने, हिले बिल्कुल नहीं। दो पैर जेड़े ने दिन दे लंघे, दोपहर का समा भी उत्ते टप गया। गोह बात न है किन्हू जानी, थिरे समीप मूणता ठानी। पर यह गुप्त गल किसी सिख ने जानी नहीं, समझी नहीं। गुरु साहब के नेड़े हुंदे ने पर चुप हो के हुंदे ने कि अज गुरु साहब जी टिके हुए ने। त्यार आहार अनेक प्रकारे,
ਆਣ ਰਸੋਈਆ ਖਰੋ ਆਗਾਰੇ। ਦੁਪਹਿਰ ਵੇਲੇ ਦਾ ਜਿਹੜਾ ਲੰਗਰ ਤਿਆਰ ਹੋ ਗਿਆ, ਰਸੋਈਆ ਸਿੱਖ ਆਇਆ, ਸਤਿਗੁਰ ਦੇ ਸਾਹਮਣੇ ਆ ਕੇ ਹੱਥ ਜੋੜੇ, ਹੱਥ ਜੋੜ ਕੇ ਅਰਦਾਸ ਕੀਤੀ। ਹਾਥ ਜੋਰ ਅਰਦਾਸ ਬਕਾਡੇ, ਗੁਰ ਮਹਾਰਾਜ ਨਾ ਬੋਲੇ ਬਾਣੀ। ਰਸੋਈਏ ਸਿੱਖ ਨੇ ਹੱਥ ਜੋੜ ਕੇ ਅਰਦਾਸ ਕੀਤੀ, ਸਤਿਗੁਰੂ ਜੀ ਲੰਗਰ ਤਿਆਰ ਹੋ ਗਿਆ ਹੈ, ਲੰਗਰ ਛਕਣ ਦਾ ਸਮਾਂ ਹੋ ਗਿਆ ਹੈ। ਪਰ ਧੰਨ ਗੁਰੂ ਹਰ ਰਾਏ ਸਾਹਿਬ ਜੀ ਨੇ ਬਿਲਕੁਲ ਕੋਈ ਬੋਲ ਨਹੀਂ ਬੋਲਿਆ। ਰਸੋਈਆ ਬੇਨਤੀ ਕਰਕੇ ਚਲਾ ਗਿਆ। ਪਿਕ ਸੁਭਾਏ ਕੋ ਬਿਸਮੈ ਹੋਏ, ਸਤਿਗੁਰ ਕਿਸ ਕੇ ਦਿਸ ਨਹਿ ਜੋਏ। ਪਰ ਅੱਜ ਗੁਰੂ ਸਾਹਿਬ ਦਾ ਸੁਭਾਅ ਵੇਖ ਕੇ ਰਸੋਈਆ ਜਿਹੜਾ ਹੈਰਾਨ ਬੜਾ ਹੋਇਆ ਕਿ ਗੁਰੂ ਸਾਹਿਬ ਜੀ ਐਸਾ ਕਦੇ ਨਹੀਂ ਸੀ ਹੋਇਆ ਕਿ ਕੋਈ ਗੱਲ ਦਾ ਜਵਾਬ ਹੀ ਨਾ ਦੇਣ। ਨਾ ਗੁਰੂ ਸਾਹਿਬ ਜੀ ਨੇ ਕਿਸੇ ਵੇਲੇ ਦੇਖਿਆ, ਨਾ ਜਵਾਬ ਕੋਈ ਦਿੱਤਾ ਕਿ ਪ੍ਰਸ਼ਾਦਾ ਛਕਣਾ ਹੈ ਕਿ ਨਹੀਂ, ਠਹਿਰ ਕੇ ਛਕਣਾ ਕਿ ਜਾਂ ਹੁਣੇ ਛਕਣਾ ਹੈ। ਲੀਲਾ ਮਹਾਪ੍ਰੇਮ ਕੇ ਸੁਆਮੀ, ਕੌਣ ਲਖੈ ਬਿਨ ਅੰਤਰਜਾਮੀ। ਹੁਣ ਇਹ ਤੇ ਪ੍ਰੇਮ ਦੇ ਲੀਲਾ, ਪ੍ਰੇਮ ਦੇ ਖੇਡ ਸੀ, ਔਰ ਅੰਤਰਜਾਮੀ ਗੁਰੂ ਤੋਂ ਬਿਨਾਂ ਕਿਹੜਾ ਜਾਣੇ। ਦੋਏ ਘਟਕਾ ਬਿਤ ਗਏ ਪਿਛਾਰੇ, ਪੁਨ ਸੇਵਕ ਅਰਦਾਸ ਵਿਚਾਰੇ। ਹੁਣ ਬੇਨਤੀ ਕਰਨ ਤੋਂ ਬਾਅਦ 2 ਘੜੀਆਂ ਦਾ ਸਮਾਂ ਫਿਰ ਬੀਤ ਗਿਆ, ਲਗਭਗ ਪੌਣਾ ਘੰਟਾ ਕਹਿ ਲਈਏ ਕਿ ਪੌਣੇ ਘੰਟੇ ਦੇ ਕਰੀਬ ਸਮਾਂ ਫਿਰ ਬੀਤ ਗਿਆ। ਜਦੋਂ ਸਿੱਖ ਅਰਦਾਸ ਕਰਨ ਆਇਆ ਸੀ ਕਿ ਲੰਗਰ ਤਿਆਰ ਹੋ ਗਿਆ, ਪੌਣੇ ਘੰਟੇ ਬਾਅਦ ਉਹ ਫਿਰ ਆਇਆ, ਫਿਰ ਹੱਥ ਜੋੜ ਕੇ ਅਰਦਾਸ ਕੀਤੀ। ਸਤਿਗੁਰ ਨਹੀਂ ਕਹਿਓ ਕੁਛ ਫੇਰੇ, ਬੈਠ ਰਹੇ ਸਭ ਬਿਸਮ ਵਡੇਰੇ। ਪਰ ਸਤਿਗੁਰੂ ਜੀ ਦੇ ਕੋਲ ਆ ਕੇ ਫਿਰ ਅਰਦਾਸ ਕੀਤੀ, ਸਤਿਗੁਰੂ ਜੀ ਲੰਗਰ ਤਿਆਰ ਹੋਇਆ ਹੈ, ਲੰਗਰ ਠੰਡਾ ਹੋ ਰਿਹਾ ਹੈ, ਸਮਾਂ ਜ਼ਿਆਦਾ ਹੋ ਗਿਆ ਹੈ। ਪਰ ਸਤਿਗੁਰੂ ਜੀ ਨੇ ਜਵਾਬ ਫਿਰ ਕੋਈ ਨਹੀਂ ਦਿੱਤਾ। ਹੈਰਾਨ ਹੋਏ ਸਿੱਖ ਵੀ ਗੁਰੂ ਸਾਹਿਬ ਦੇ ਕੋਲ ਬੈਠੇ ਹੋਏ ਨੇ। ਰਸੋਈਆ ਸਿੱਖ ਵੀ ਆ ਕੇ ਬੜਾ ਹੈਰਾਨ ਹੋਇਆ। ਚਤੁਰ ਘਟੇ ਬੀਤੇ ਪੁਨਦਾਸ, ਹੱਥ ਜੋੜ ਕੇਨਸ ਅਰਦਾਸ। ਜਦੋਂ 4 ਘੜੀਆਂ ਲੰਘ ਗਈਆਂ, 1.5 ਘੰਟੇ ਤੋਂ ਵੀ ਸਮਾਂ ਵੱਧ ਹੋ ਗਿਆ ਲੰਗਰ ਤਿਆਰ ਹੋਏ ਨੂੰ। ਤੀਸਰੀ ਵਾਰੀ ਸੇਵਕ ਸਿੱਖ ਫਿਰ ਆਇਆ, ਆ ਕੇ ਫਿਰ ਅਰਦਾਸ ਕੀਤੀ। ਸਿੱਧ ਅਨ ਸਭ ਸੀਤਲ ਭਇਓ, ਰਾਵਰ ਬਿਨ ਕਿਨਹੂ ਨਹਿ ਖਇਓ। ਰਸੋਈਏ ਸਿੱਖ ਨੇ ਆ ਕੇ ਅਰਦਾਸ ਕੀਤੀ, ਸਤਿਗੁਰੂ ਜੀ ਲੰਗਰ ਤਿਆਰ ਹੋ ਕੇ ਠੰਡਾ ਵੀ ਹੋ ਗਿਆ, ਕਿਉਂਕਿ ਤਿਆਰ ਹੋਣ ਤੋਂ ਬਾਅਦ 1.5-2 ਘੰਟੇ ਲੰਘ ਜਾਣ ਤੇ ਠੰਡਾ ਤੇ ਹੋ ਹੀ ਜਾਂਦਾ। ਸਤਿਗੁਰੂ ਜੀ ਆਪ ਜੀ ਨੇ ਲੰਗਰ ਨਹੀਂ ਛਕਿਆ ਤੇ ਸਿੱਖਾਂ ਵਿੱਚੋਂ ਵੀ ਕਿਸੇ ਨਹੀਂ ਛਕਿਆ। ਆਪ ਜੀ ਉੱਠੋਗੇ ਤੇ ਸੰਗਤ ਨੇ ਲੰਗਰ ਛਕਣਾ ਹੈ। ਹੁਕਮ ਆਪ ਕੋ ਹੋਏ ਸੋ ਕਰੈ, ਵਰਤੇ ਦੇਗ ਕਿਦੂ ਇਮ ਧਰੈ। ਤੀਸਰੇ ਵਾਰੀ ਰਸੋਈਆ ਸਿੱਖ ਨੇ ਆ ਕੇ ਅਰਦਾਸ ਕੀਤੀ, ਸਤਿਗੁਰੂ ਜੀ ਹੁਕਮ ਤੇ ਕਰੋ। ਜੇ ਆਪ ਜੀ ਨੇ ਨਹੀਂ ਛਕਣਾ, ਹੁਕਮ ਕਰੋ ਕਿ ਸੰਗਤਾਂ ਵਿੱਚ ਵਰਤਾ ਦਈਏ, ਤੇ ਜਾਂ ਫਿਰ ਅੱਜ ਬਣਿਆ ਬਣਾਇਆ ਰਹਿਣ ਦੀ ਇਸੇ ਤਰ੍ਹਾਂ ਹੀ। ਵਰਤੇ ਦੇਗ ਕਿਦੂ ਇਮ ਧਰੈ, ਜਾਂ ਇਸੇ ਤਰ੍ਹਾਂ ਪਈ ਰਵੇ। ਸੁਣ ਗੁਰ ਤੂਸ਼ਣ ਕਰ ਤਿਸ ਕਾਲਾ, ਰਹੇ ਸਿੰਘਾਸਣ ਅਚਲ ਕਿਰਪਾਲਾ। ਗੁਰੂ ਸਾਹਿਬ ਜੀ ਨੇ ਬਚਨ ਸੁਣੇ, ਪਰ ਸਤਿਗੁਰੂ ਜੀ ਫਿਰ ਚੁੱਪ ਰਹੇ, ਬੋਲੇ ਫਿਰ ਨਹੀਂ। ਸਿੰਘਾਸਣ ਉੱਤੇ ਉਸੇ ਤਰ੍ਹਾਂ ਬੈਠੇ ਨੇ, ਪੈਰ ਜਿਹੜੇ ਨੇ ਉਹ ਬਿਲਕੁਲ ਨਹੀਂ ਹਿਲਾਏ, ਆਪਣੇ ਚਰਨ ਉੱਥੇ ਇੱਕ ਥਾਂ ਤੇ ਟਿਕਾ ਕੇ ਰੱਖੇ ਹੋਏ ਨੇ। ਦੋਏ ਘਟੇ ਦਿਨ ਰਹਿਓ ਸੋ ਜਾਏ, ਕਹਿਓ ਬਹੁਰ ਸੇਵਕ ਸਮੁਦਾਇ। ਸਾਰਾ ਦਿਨ ਲੰਘ ਗਿਆ ਜੀ, ਸ਼ਾਮ ਦਾ ਸਮਾਂ ਹੋ ਗਿਆ, 2 ਕੁ ਘੜੀਆਂ ਰਹਿ ਗਿਆ, ਸੂਰਜ ਡੁੱਬਣ ਵਾਲਾ ਹੋ ਗਿਆ। ਸ਼ਾਮ ਨੂੰ ਸੋਧਰ ਦੀ ਚੌਂਕੇ ਦਾ ਸਮਾਂ ਹੋ ਗਿਆ। ਸੇਵਕ ਨੇ ਆ ਕੇ ਫਿਰ ਸਤਿਗੁਰੂ ਦੇ ਚਰਨਾਂ 'ਚ ਹੱਥ ਜੋੜੇ, ਫਿਰ ਅਰਦਾਸ ਕੀਤੀ। ਗੁਰੂ ਗਰੀਬ ਨਿਵਾਜ ਕਿਰਪਾਲਾ, ਲੀਲਾ ਤੁਮਰੇ ਅਦਕ ਵਿਸਾਲਾ। ਸਿੱਖ ਕਹਿੰਦਾ ਇਹ ਗੁਰੂ ਗਰੀਬ ਨਿਵਾਜ ਸਤਿਗੁਰੂ ਜੀ, ਤੁਹਾਡੀ ਲੀਲਾ ਨਹੀਂ ਸਮਝੀ ਜਾ ਸਕਦੀ, ਤੁਹਾਡੀ ਲੀਲਾ ਅਦਭੁਤ ਹੈ। ਹਮ ਅਲਪਗ ਜੀਵ ਕਿਆ ਜਾਣੈ, ਬਿਨਾ ਆਪ ਕੇ ਕਰੇ ਬਖਾਨੈ। ਸਤਿਗੁਰੂ ਜੀ ਅਸੀਂ ਥੋੜੀ ਮੱਤ ਵਾਲੇ ਅਲਪਗ ਜੀਵ ਤੁਹਾਡੀ ਲੀਲਾ ਨੂੰ ਕੀ ਜਾਣ ਸਕਣੇ, ਜਦੋਂ ਤੱਕ ਤੁਸੀਂ ਕੋਈ ਬਚਨ ਨਾ ਕਰੋ, ਜਦੋਂ ਤੱਕ ਕੋਈ ਹੁਕਮ ਨਾ ਕਰੋ ਲੰਗਰ ਵਰਤਾਉਣਾ ਹੈ ਕਿ ਨਹੀਂ ਵਰਤਾਉਣਾ।
क्योंकि शाम का तो लंगर तैयार करने की लोड़ ही नहीं पई। सवेर वाला हजे वरताया नहीं, आप जी ने छकिया नहीं, किसी होर ने भी नहीं छकिया। सर्ब दिवस बैठे सो बितायो, रावण ने पग नहीं हिलायो। हुण चौथी बार शाम के समय जो सिख अरदास करते, सतगुरु जी सारा दिन इस तरह बैठ के बतीत हो गया है। आप जी ने अपना एक चरण तक भी नहीं हिलाया, चरण भी उत्थे के उत्थे पे ने। देग बिकै भोजन सब त्यार, धरियो रहो सो तिसी प्रकार। सतगुरु जी दोपहर वेले का लंगर दे विच देग जिहड़ी वो तैयार हुई, भोजन तैयार होया, लंगर उस तरह का तैयार किया होया पिया रह गया, शाम हो गई है। सिखण केर संदेह महाना, क्या कारण पा करो बखाना। सिख कहता सतगुरु जी हुण ते कई सिखां दे मन विच कई तरह के शंके भी आ गए ने। एक कारण की है, सतगुरु जी कृपा करके दस तो दिओ, जदों तक आप जी दसो ना कि आप जी अज क्यों नहीं इत्थों पैर हिला रहे, क्यों नहीं उठ रहे, क्यों नहीं लंगर छक रहे। सिखां दे शंके जिहड़े ने वधदे जाने ने। दासन के सुन कै अरदास, विकसत मुक्ते कीन प्रकाश। हुण शाम के वेले जदों सारे सिखां ने फिर ये अरदास बेनती की, साडे कई सिखां दे अंदर शंके पैदा हुंदे जांदे ने। सतगुरु जी फिर मुस्कराए ते मुस्करा के शाम के वेले बचन किए। सवेर दे बैठे हुए ने, शाम नूं बचन कर लगे ने। काबल मैं है गोंदा सिख रहे, धरे ध्यान दोनों पद गहे। सतगुरु कहते ने भाई सिखो किवें उठ जाइए। साडे चरण दोवें जिहड़े ने वो भाई गोंदे ने फड़े हुए ने, भावें काबल च बैठा होया है, पर उन्हें सुरत दे नाल इन्नी सुरत जोड़ी हुई है कि साडे चरण अपने हत्थां नाल सुरत दे हत्थां नाल फड़े हुए ने। वो छड्डे तुठीए। किस बिद तिसते चरण छडावूं, बिना छुटे किम लंगर जावूं। सतगुरु कहंदे मैं प्रेम ही इन्ने नाल चरण फड़े ने, छडावां किवें कहां कि तू प्रेम हुण करना बंद कर दे। वो छड्डेगा तो लंगर च जावांगे, लंगर च जाइए किवें। रहो उडेकत शूर है मोही, दिड़ गह राख्यो त्याग न होही। सतगुरु कहंदे असीं ते आप उडेकदे आ कि वो चरण छड्डे ते किसी पासे नूं जाइए, पर उन्हें चरण ही इन्ने घुट के फड़े ने, छड्डण लई तैयार ही नहीं। जब संध्या होए दिन गयो, तब गोंदा जागत तह भयो। सूरज डुब गया जी, शाम हो गई। सोधर दी चौंकी सूरज रहिंदियां लगनी से, वो चौंकी भी जिहड़ी सी एक पासे लग गई। शाम का जदों समा होया तो भाई गोंदे दे फिर नेत्र खुले। छुटे समाद देह सुध होए, तजे चरण गुर के तब दोई। बस समाधि खुली, अखा खुली, अपने शरीर की सोधी हुई कि मैं तो गुरु साहब के चरणों के विच नहीं, मैं तो काबल विच बैठा होया। बस जदों इन्ना पता लग्या कि मैं काबल च बैठा होया, चरण फिर आपे छुट गए। गुरु साहब के चरण फिर शाम नूं छुड्डे। उठ कर गमणे श्री हर राय, सदा प्रेम बस जिनू सुभाए। शाम नूं जदों चरण छड्डे, गुरु साहब जी फिर उठे। फिर सतगुरु जी उठ के गए, जिन्हां दा सदा ही सुभाव है कि इवें प्रेम दे नाल जदों कोई याद करदा, फिर गुरु साहब जी उत्थे जांदे ने, भावें फिर सारा सारा दिन बिठाई भी रखण। फिर भावें किसी का जहाज़ फसिया होवे ते गुरु साहब जी नूं समुंदर दे विच भी याद करन कि तुहाडे तो बिना बेड़ा पार करन वाला कोई नहीं, ते सतगुरु जी फिर समुंदरां विच जाके मोढा भी ला दिंदे ने। शाम नूं सतगुरु जी फिर उठे ने। सिख बिस्माद रहे सुन देख, जान्यो सिख को प्रेम विसेख। सिख जिहड़े हैरान रह गए कि भाई गोंदा है तो वह भी साडी तरह सिख, पर किसी सिख दे विच इन्ना प्रेम भी हुंदा कि उहनूं अपने शरीर की सुध बुध भुल जाए। प्रेम दे नाल गुरु साहब दे चरण फड़े तो सारा सारा दिन फड़ के रखे। कृपा सिंध लंगर मह आए,
ਭੋਜਨ ਅਨੇਕ ਪ੍ਰਕਾਰ ਵਰਤਾਏ। ਸ਼ਾਮ ਨੂੰ ਸੋਧਰ ਦਾ ਜਦੋਂ ਪਾਠ ਹੋਇਆ ਉਹਨੇ ਦੁਪਹਿਰ ਦਾ ਲੰਗਰ ਤਾਂ ਛਕਿਆ ਹੀ ਨਹੀਂ, ਕਿਉਂਕਿ ਸੂਰਜ ਡੁੱਬ ਗਿਆ ਹੈ। ਹੁਣ ਗੁਰੂ ਸਾਹਿਬ ਜੀ ਲੰਗਰ ਵਿੱਚ ਗਏ, ਕਿਉਂਕਿ ਸਿੱਖਾਂ ਨੇ ਵੀ ਨਹੀਂ ਛਕਿਆ। ਕਈ ਤਰ੍ਹਾਂ ਦਾ ਜਿਹੜਾ ਭੋਜਨ ਤਿਆਰ ਕੀਤਾ ਹੋਇਆ ਸੀ ਸਵੇਰ ਵਾਲਾ ਹੀ, ਸ਼ਾਮ ਨੂੰ ਫਿਰ ਉਹ ਹੀ ਵਰਤਾਇਆ। ਸੰਗਤ ਸੇਵਕ ਸਿੱਖਣ ਸੂਰਨ, ਕਰਿਓ ਆਹਾਰ ਸ਼ੁੱਧਤ ਸੰਪੂਰਨ। ਸੰਗਤ ਨੇ, ਸੇਵਕਾਂ ਨੇ, ਸਿੱਖਾਂ ਨੇ, ਗੁਰੂ ਦੇ ਸੂਰਬੀਰ ਯੋਧਿਆਂ ਨੇ ਅੱਜ ਦੁਪਹਿਰ ਦਾ ਲੰਗਰ ਕਿਸੇ ਵੀ ਨਹੀਂ ਸੀ ਛਕਿਆ। ਭੁੱਖ ਸਭ ਨੂੰ ਲੱਗੀ ਹੋਈ ਸੀ, ਸ਼ੁੱਧਤ। ਆਪਣੀ ਪੂਰੀ ਜਿਹੜੀ ਭੁੱਖ ਸੀ ਫਿਰ ਪੂਰੇ ਦਿਨ ਦੀ ਤਸੱਲੀ ਸ਼ਾਮ ਨੂੰ ਕੀਤੀ। ਸੁਣ ਸਤਿਗੁਰ ਤੇ ਸਰਬ ਬ੍ਰਿਤਾਂਤ, ਸਭ ਸੰਗਤ ਜਾਣਿਓ ਬਖਿਆਤ। ਔਰ ਗੁਰੂ ਸਾਹਿਬ ਤੋਂ ਸਾਰਾ ਪ੍ਰਸੰਗ ਸੁਣ ਕੇ ਸਾਰੀਆਂ ਸਿੱਖ ਸੰਗਤਾਂ ਜਾਣ ਗਈਆਂ ਕਿ ਸਤਿਗੁਰੂ ਜੀ ਅੱਜ ਪ੍ਰੇਮ ਦੇ ਵਸ ਵਿੱਚ ਸਨ। ਨਿਰਣੈ ਕਰੈ ਜੇ ਗੁੰਦਾ ਆਵੈ, ਮਿਲ ਬੂਝੇ ਸੋ ਸਗਲ ਬਤਾਵੈ। ਔਰ ਕਈ ਫਿਰ ਮੇਰੇ ਵਰਗੇ ਸ਼ੰਕਾ ਗੁਰੂ ਹੁੰਦੇ ਨੇ, ਕਈਆਂ ਨੇ ਮਨ ਦੇ ਵਿੱਚ ਇਹ ਧਾਰ ਲਿਆ ਕਿ ਜਦੋਂ ਭਾਈ ਗੁੰਦਾ ਆਏਗਾ ਨਾ ਤੇ ਅੱਜ ਦਾ ਦਿਨ ਤਰੀਕ ਵਾਰ ਲਿਖ ਕੇ ਰੱਖਣੀ, ਭਾਈ ਗੁੰਦੇ ਤੋਂ ਪੁੱਛਾਂਗੇ। ਫਿਰ ਗੱਲ ਪੱਕੀ ਹੋਏਗੀ ਸੱਚਮੁੱਚ ਹੀ ਭਾਈ ਗੁੰਦੇ ਨੇ ਚਰਨ ਫੜੇ ਸਨ। ਕਹਿੰਦੇ ਨਿਰਣੈ ਕਰੈ ਜੇ ਗੁੰਦਾ ਆਵੈ, ਮਿਲ ਬੂਝੇ ਸੋ ਸਗਲ ਬਤਾਵੈ। ਭਾਈ ਗੇਂਦਾ ਵੀ ਫਿਰ ਸਾਰੀ ਗੱਲ ਚੰਗੀ ਤਰ੍ਹਾਂ ਦੱਸੇਗਾ। ਕੇਤਕ ਦਿਵਸ ਬਹੁਰ ਬਿਤ ਗਏ, ਗੁੰਦਾ ਵੱਡ ਸੰਗਤ ਸੰਗ ਲਏ। ਇਸ ਤਰ੍ਹਾਂ ਕਈ ਦਿਨ ਫਿਰ ਬਤੀਤ ਹੋ ਗਏ। ਕਈ ਦਿਨਾਂ ਤੋਂ ਬਾਅਦ ਭਾਈ ਗੁੰਦੇ ਨੇ ਕਾਬਲ ਦੀ ਬਹੁਤ ਸਾਰੀ ਸੰਗਤ ਨੂੰ ਨਾਲ ਲਿਆ ਹੈ। ਔਰ ਸਤਿਗੁਰੂ ਦੇ ਸਿੱਧੇ ਤੌਰ 'ਤੇ ਸਰੀਰਕ ਤੌਰ 'ਤੇ ਦਰਸ਼ਨ ਕੀਤੇ ਸਮਾਂ ਬੜਾ ਹੋ ਗਿਆ ਸੀ, ਕਿਉਂਕਿ ਭਾਈ ਗੁੰਦਾ ਜੀ ਦੇ ਭਾਵੇਂ ਰੋਜ਼ ਹੀ ਦਰਸ਼ਨ ਕਰਦੇ ਸਨ, ਪਰ ਸੰਗਤਾਂ ਨੂੰ ਬਹੁਤ ਸਮਾਂ ਹੋ ਗਿਆ ਸੀ। ਹੁਣ ਸੰਗਤਾਂ ਨੇ ਦਰਸ਼ਨ ਕਰਨ ਆਉਣਾ ਹੈ ਤੇ ਜਿਵੇਂ ਭਾਈ ਗੁੰਦਾ ਜੀ ਆ ਕੇ ਸਤਿਗੁਰੂ ਜੀ ਨੂੰ ਮਿਲਦੇ ਨੇ, ਸੰਗਤਾਂ ਆਉਣਗੀਆਂ। ਇਹ ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਵਿਚਾਰਾਂਗੇ ਸਮੇਂ ਦੇ ਮੁਤਾਬਕ। ਇਤਨੀ ਬੇਨਤੀ ਪ੍ਰਵਾਨ ਕਰਨੀ ਹੈ ਜੀ, ਹੋਈਆਂ ਭੁੱਲਾਂ ਦੀ ਖਿਮਾ। ਆਓ ਇੱਕ ਦੋ ਵਾਰੀ ਰਸਨਾ ਦੇ ਨਾਲ ਲਵਾਈਏ, ਹਾਜ਼ਰੀ ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ